ਫਸਲਾਂ ਦੀ ਦੁਰਵਰਤੋਂ ਹੋਏਗੀ। ਇਥਨੋਲ ਬਣਾਉਣ ਲਈ ਗੰਨੇ, ਮੱਕੀ ਵਰਗੀਆਂ ਫਸਲਾਂ ਤੇ ਵੱਡੇ ਪੱਧਰ ਤੇ ਵਰਤੋਂ ਕੀਤੀ ਜਾਏਗੀ, ਜਿਸ ਨਾਲ ਦੇਸ਼ ਵਿੱਚ ਅਨਾਜ ਦੀ ਸਪਲਾਈ ਵੀ ਪ੍ਰਭਾਵਿਤ ਹੋਏਗੀ ਗੌਰਵ ਸਾਹਿਬ। ਔਰ ਖਾਣ ਪੀਣ ਦੀਆਂ ਚੀਜ਼ਾਂ ਮਹਿੰਗੀਆਂ ਹੋਣਗੀਆਂ। ਨੰਬਰ 2, ਤਰੁਣ ਚੁੱਗ ਸਾਹਿਬ ਕਹਿ ਗਏ ਕਿ ਕਿਸਾਨਾਂ ਨੂੰ ਪੌਣੇ 2 ਲੱਖ ਕਰੋੜ ਰੁਪਏ ਸਿੱਧਾ ਉਹਨਾਂ ਦੇ ਖਾਤਿਆਂ 'ਚ ਜਾ ਰਿਹਾ। ਕਿਵੇਂ, ਇਹ ਨਹੀਂ ਦੱਸ ਕੇ ਗਏ ਕਿਵੇਂ ਜਾ ਰਿਹਾ। ਔਰ ਇੱਕ ਗੌਰਵ ਜੀ ਬੜਾ ਇੰਟਰਸਟਿੰਗ ਆંકੜਾ ਹੈ, 1 ਲੀਟਰ ਐਥਨੋਲ ਬਣਾਉਣ ਲਈ 2860 ਲੀਟਰ ਪਾਣੀ ਲੱਗਦਾ ਸਰ। ਪਾਣੀ ਕਿੱਥੇ ਹੈ ਸਾਡੇ ਕੋਲ ਪੰਜਾਬ 'ਚ, ਪਾਣੀ ਕਿੱਥੇ ਹੈ ਸਾਡੇ ਕੋਲ ਦੇਸ਼ 'ਚ? ਸਾਡਾ ਪਾਣੀ ਦਾ ਲੈਵਲ ਤਾਂ ਪਹਿਲਾਂ ਹੀ ਨੀਚੇ ਜਾ ਰਿਹਾ ਜੀ। 2860 ਲੀਟਰ ਪਾਣੀ 1 ਲੀਟਰ ਐਥਨੋਲ ਨੂੰ ਬਣਾਉਣ ਨੂੰ ਲੱਗਦਾ ਹੈ। ਤੇ ਜੇ ਗੰਨੀ ਮੱਕੇ ਉਗਾਉਣ ਲੱਗ ਗਏ ਤਾਂ ਫਿਰ ਪਾਣੀ ਖਤਮ ਹੋ ਜਾਏਗਾ ਸਰ। ਪਾਣੀ ਤਾਂ ਪਹਿਲਾਂ ਹੀ ਬਚਾ ਰਹੇ ਹਾਂ, ਜਲ ਹੀ ਜੀਵਨ ਹੈ, ਉਹ ਆਪਾਂ ਕਰ ਰਹੇ ਹਾਂ। ਤਾਂ ਗੱਲ ਇਹ ਹੈ। ਔਰ 1160 ਕਰੋੜ ਰੁਪਏ ਦਾ ਇੱਕ ਘੁਟਾਲਾ ਚਾਵਲ ਦੀ ਕੰਪਨੀ ਦੇ ਵਿੱਚ ਹੋਇਆ, ਕਿਉਂਕਿ ਚਾਵਲ ਦਾ ਜਿਹੜਾ ਟੋਟਾ ਹੁੰਦਾ ਨਾ, ਜੋ ਵੀ ਇਥਨੋਲ ਬਣਾਉਣ ਲਈ ਇਸਤੇਮਾਲ ਹੁੰਦਾ, ਮੱਧ ਪ੍ਰਦੇਸ਼ ਦੇ ਵਿੱਚ ਭਾਜਪਾ ਦੀ ਸਰਕਾਰ ਹੈ, ਉੱਥੇ 1160 ਕਰੋੜ ਦਾ ਘੁਟਾਲਾ ਹੋ ਚੁੱਕਿਆ ਗੌਰਵ ਜੀ। ਇਹ ਹਾਲਾਤ ਬਣ ਰਹੇ ਆ। ਔਰ ਤੁਸੀਂ ਇੱਕ ਗੱਲ ਹੋਰ ਹੈਰਾਨੀਜਨਕ ਕਹੋਗੇ, ਮੇਰੇ ਕੋਲ ਪਰਮਜੀਤ ਜੀ ਬੈਠੇ ਸੀ ਇੱਕ ਡਿਬੇਟ ਦੇ ਵਿੱਚ, ਪਰਮਜੀਤ ਸਿੰਘ ਜਿਹੜੇ ਪੰਜਾਬ ਪੈਟਰੋਲੀਅਮ ਐਸੋਸੀਏਸ਼ਨ ਦੇ ਪ੍ਰਧਾਨ, ਉਹ ਇੱਕ ਬੜੀ ਇੰਟਰਸਟਿੰਗ ਗੱਲ ਦੱਸ ਕੇ ਗਏ। ਮੇਰਾ ਵੀਰ ਹੁਣੀ ਕਹਿ ਰਿਹਾ ਸੀ 50% ਗੱਡੀ ਦੀ ਮਾਈਲੇਜ ਘਟ ਗਈ, ਸ਼ਾਇਦ ਇਹਦੀ ਘਟ ਗਈ ਹੋਣੀ, ਵੈਸੇ ਨਾਰਮਲ 8 ਤੋਂ 9% ਮਾਈਲੇਜ ਹਰ ਗੱਡੀ ਦੀ ਘਟ ਰਹੀ ਹੈ ਸਰ। ਇੱਕ ਮੇਰਾ ਵੀਰ ਮੋਟਰਸਾਈਕਲ ਦੀ ਗੱਲ ਕਰ ਗਿਆ ਕਿ ਅਸੀਂ ਉਹਦੇ ਵਿੱਚ ਜਿਹੜਾ ਵਧੀਆ ਤੇਲ ਪਾਉਣ ਲੱਗ ਗਏ, ਜਿਹੜਾ 10 ਰੁਪਏ ਲੀਟਰ ਮਹਿੰਗਾ, ਪਰ ਉਹ ਇੱਕ ਚੀਜ਼ ਦੱਸ ਕੇ ਪਰਮਜੀਤ ਜੀ ਬੈਠੇ ਸੀ ਜਿਹੜੇ ਪੰਜਾਬ ਪੈਟਰੋਲੀਅਮ ਐਸੋਸੀਏਸ਼ਨ ਦੇ ਪ੍ਰਧਾਨ ਹੈ ਪੰਜਾਬ ਦੇ, ਉਹ ਕਹਿੰਦੇ ਸਿਰਫ 2.5 ਰੁਪਏ ਦੀ ਕੋਈ ਚੀਜ਼ ਪੈਂਦੀ ਹੈ ਉਸ ਤੇਲ 'ਚ ਤੇ ਕੰਪਨੀ ਨੂੰ ਸਿੱਧਾ 7.5 ਰੁਪਏ ਦਾ ਫਾਇਦਾ ਹੁੰਦਾ। ਅਸੀਂ ਉਹਨਾਂ ਨੂੰ ਪੁੱਛਿਆ ਕਿ ਸਕੂਟਰ ਜਾਂ ਕਾਰ ਨੂੰ ਜਾਂ ਗੱਡੀ ਨੂੰ ਜਿਹੜਾ ਤੁਸੀਂ ਵਧੀਆ ਤੇਲ ਪਾਉਂਦੇ ਉਹਦਾ ਫਾਇਦਾ ਹੁੰਦਾ? ਕਹਿੰਦੇ ਕੋਈ ਫਾਇਦਾ ਨਹੀਂ ਹੁੰਦਾ। ਇੱਕ ਇੰਟਰਸਟਿੰਗ ਗੱਲ ਦੱਸ ਦਿਓ ਕਿ ਜਿਹੜਾ ਇਥਨੋਲ ਮਿਲਾਇਆ ਜਾਂਦਾ ਹੈ ਉਹ ਪੈਟਰੋਲ ਪੰਪ ਤੇ ਮਿਲਾਇਆ ਜਾਂਦਾ ਹੈ, ਕਿ ਜਦ ਪੈਟਰੋਲ ਪੰਪ ਦੇ ਟੈਂਕ 'ਚ ਪੈਟਰੋਲ ਪਾਇਆ ਜਾਂਦਾ ਹੈ ਜੀ, ਇੱਕ ਪਾਸੋਂ ਪੈਟਰੋਲ ਪਾਇਆ ਜਾਂਦਾ ਹੈ 80%, ਦੂਜੇ ਪਾਸੋਂ 20% ਇਥਨੋਲ ਪਾਇਆ ਜਾਂਦਾ ਹੈ। ਫਿਰ ਗੌਰਵ ਜੀ ਮਿਕਸ ਤਾਂ ਹੁੰਦਾ ਹੀ ਨਹੀਂ। ਜੇ ਮਿਕਸ ਆ ਕੇ ਪੈਟਰੋਲ ਪੰਪ ਦੇ ਟੈਂਕ ਦੇ ਵਿੱਚ ਹੋਣਾ ਤਾਂ ਫਿਰ ਗੱਡੀਆਂ ਆਪੇ ਖਰਾਬ ਹੋਣਗੀਆਂ। ਉਹ ਇਥਨੋਲ ਜਿਹੜਾ ਹੈਗਾ ਜੀ ਉਹ ਪਾਣੀ ਦੀ ਨਮੀ। ਚਲੋ ਥੋੜਾ ਵੇਟ ਕਰਿਓ, ਮੈਂ ਤੁਹਾਡੇ ਕੋਲ ਵਾਪਸ ਆਉਣਾ। ਸਾਡੇ ਨਾਲ ਕੁਝ ਹੋਰ ਮਹਿਮਾਨ ਵੀ ਜੁੜੇ ਨੇ, ਉਹਨਾਂ ਦਾ ਵੀ ਰੁਕ ਕਰਦੇ ਹਾਂ। ਰਮਨ ਮਲਿਕ ਜੀ ਸਾਡੇ ਨਾਲ ਜੁੜ ਰਹੇ ਨੇ, ਹਰਿਆਣਾ ਬੀਜੇਪੀ ਨੂੰ ਰਿਪਰੈਜ਼ੈਂਟ ਕਰਨਗੇ। ਰਮਨ ਜੀ ਬਹੁਤ ਬਹੁਤ ਸਵਾਗਤ ਹੈ। ਸਾਡੇ ਨਾਲ ਰਾਜਾ ਸਿੰਘ ਜੁੜ ਰਹੇ ਨੇ, ਕਿਸਾਨ ਬਚਾਓ ਮੋਰਚਾ ਨੂੰ ਰਿਪਰੈਜ਼ੈਂਟ ਕਰਦੇ ਨੇ, बहुत बहुत स्वागत है सर ਤੁਹਾਡਾ भी। पहले मैं रुक करता है रमन मलिक जी का। रमन मलिक जी, आम आदमी पार्टी का दावा आपने देखा होगा कि दिल्ली में भी प्रदर्शन किया गया, पंजाब में एक निंदा मता पास किया गया, एक मता पास किया गया है, प्रस्ताव लाई थी पंजाब सरकार विधानसभा में। उनका लॉजिक ये है कि देश के लोगों का जो कमाई का पैसा है, कार एक बहुत बड़ा सपना है आज भी हमारे देश के अधिकांश लोगों के लिए, तो वो बहुत अपनी मेहनत की कमाई के साथ कमाते हैं, गाड़ी खरीदते हैं, लेकिन उसमें एथेनॉल वाला पेट्रोल डलता है और वो दिक्कत करता है और गाड़ी खराब हो जाती है। पर जी एथेनॉल की पॉलिसी आज की नहीं है, 2003 में एथेनॉल की पॉलिसी आ गई थी, 5% मिक्स होके काम शुरू हो गया था। ये कोई पहली पॉलिसी नहीं है और ना ही ये कोई ऐसा है कि आज एक कोई जादू की छड़ी के साथ नया काम करा गया। एथेनॉल के अंदर ना सिर्फ गन्ने से या मक्की से या चावल के टुकड़ों से बनाया जाता है, साथ साथ ऐसी फसलें जिनको यूज नहीं कर सकते, जो एडिबल स्टैंडर्ड से नीचे हैं, सेल नहीं हो पाती खराबे की वजह से, उनसे भी बनाया जाता है। ठीक है। तो जो फसलें और जो प्रोड्यूस किसान का बिल्कुल बेकार हो जाता था, जिसकी वजह से उसको नुकसान होता था, आज उसका पैसा भी मिल रहा है उसको। ठीक है। तो ये जो पंजाब के अंदर किसानों को लठ मारा जाता है, पंजाब के अंदर किसानों के ऊपर बर्बरता करी जाती है और कहा जाता है कि ये लोग जो हैं ये गलत कर रहे हैं, ये उपद्रव फैला रहे हैं। वो जो किसान रो रहा है एमएसपी के लिए, ये जो आपकी सरकार में, ठीक है, पाप की सरकार में, जिसका घड़ा भर चुका है पंजाब में, उसके अंदर जो अत्याचार हो रहे हैं, उसके ऊपर अगर कोई कुछ कर रहा है और उससे किसानों का भला हो रहा है तो इनको दर्द हो रही है, एक चीज। दूसरी चीज सर, गाड़ियों की कंपनियों ने धीरे धीरे साथ के साथ, जैसे जैसे सरकार की पॉलिसी फ्रेमवर्क था फ्रॉम 2003, 5% एथेनॉल से लेके आगे बढ़ने के लिए, उसके हिसाब से अपने इंजन को वो कैलिब्रेट करते जा रहे हैं। ठीक है। आप बोल रहे हैं पुरानी गाड़ियों के अंदर फर्क पड़ रहा है। लास्ट जो E15 का था वो मेरे ख्याल से, अगर मैं गलती नहीं खा रहा हूं तो 2016 के आसपास आया। ठीक है। अगर मैं गलती नहीं खा रहा, अगर मैं गलती कर रहा हूं तो आई एम सॉरी, पर जहां तक मेरे को याद आ रहा है
वो 2016 के आसपास गैजेट नोटिफिकेशन आई थी। 10 साल के अंदर एक डीजल की गाड़ी, पेट्रोल की गाड़ी का बात करें तो वो 10 और 15 साल का उनका टाइम लिमिट भी है। ठीक है। लेकिन मैं अब उससे बड़ी बात करना चाह रहा हूं जो हम मेट्रोज में फेस करते हैं। मेरी गाड़ी 11-12 की एवरेज देती थी, महिंद्रा की गाड़ी है, ठीक है। डीजल की गाड़ी है, उसके अंदर यूरिया डलता है और डीजल के साथ आज वो गाड़ी मेरे को 7 की एवरेज देगी। तो मैं भी छाती पीटना शुरू करूं? सब उसकी वजह क्या है? जी। वजह यह है कि एक मिसमैनेज ट्रैफिक सेंस, ड्राइविंग करते समय कहीं भी आप पार्क कर दें, आप आगे जा रहे हैं, पीछे जा रहे हैं, जहां मर्जी चाहे आप टेढ़ी मेढ़ी चल लें, ठीक आप है। लेन ड्राइविंग ना करें, आप ध्यान से ड्राइविंग ना करें, दूसरे की कन्वीनियंस को ना सोचें। तो ये जो मिसमैनेजमेंट है हमारी भी और कई हद तक ट्रैफिक पुलिस की भी, कि वो ऐसे एरेंट ड्राइवर्स के ऊपर एक्शन नहीं लेते, या वो एक 5 सीटर गाड़ी के अंदर 15 बंदे बिठा के ले जा रहे हो, तो ये फर्क डालेगा। अब मेरा मानना सिर्फ इतना है कि अगर केजरीवाल जी को करना ही था ये ड्रामा, जी। तो अच्छे विषयों के ऊपर ड्रामा करना चाहिए, कि जैसे ठीक है। पंजाब के अंदर अभी तक इतनी बारी जब से इनकी सरकार है, हर बारिश के सीजन में बाढ़ आती है। तो क्या इन्होंने रिजर्वॉयर सिस्टम्स बना के पानी की ठीक है। चलो, ऐसी एक नहीं, व्यवस्था जी, बनाई जी, जिसमें ग्राउंड वाटर रिचार्ज भी हो, जी। जिसमें किसानी के लिए भी पानी मिलता रहे? ठीक है, चलिए मैं थोड़ा सा और अब तो टॉपिक के ऊपर रहना चाह रहा हूं। आपकी बात ठीक है कि ग्राउंड वाटर पॉइंट लेवल मैं वही आपको बुला रहा हूं जी। कि जो काम की चीज है उसके ऊपर काम नहीं करेंगे AK 420, लेकिन AK 420 हर उस चीज के ऊपर करेंगे, चाहे वो कॉकरोच लाने हो, चाहे वो गीदड़ लाने हो, चिमगादड़ लाने हो, ये कॉकरोच ठीक है, चलिए थोड़ा सा इंतजार कीजिए। मैं एक बार चर्चा को थोड़ा आगे बढ़ाता हूं। साडे नाल राजा सिंह जी जुड़े हुए ने, किसान बचाओ मोर्चा ਨੂੰ रिप्रेजेंट कर रहे हैं। सर, मेरी आवाज ਤੁਹਾਡੇ ਤੱਕ ਪਹੁੰਚ ਰਹੀ ਹੋਏਗੀ। बहुत बहुत स्वागत है एक बार फिर ਤੋਂ ਤੁਹਾਡਾ। ਤੁਸੀਂ ਇਥੇਨॉल ਦੇ ਪੱਖ ਦੇ ਵਿੱਚੋਂ ਜਾਂ ਨਹੀਂ ਹੋ? ਕਿਉਂਕਿ ਇਥੇਨॉल ਦੇ ਨਾਲ ਜ਼ਿਕਰ ਬੀਜੇਪੀ ਦੇ ਬੁਲਾਰੇ ਬੈਠੇ ਨੇ, ਉਹਨਾਂ ਨੇ ਕਰ ਦਿੱਤਾ ਕਿ ਇਥੇਨॉल ਦਾ ਸਿੱਧਾ ਫਾਇਦਾ ਕਿਸਾਨਾਂ ਨੂੰ ਹੋਏਗਾ। ਅਸੀਂ ਕੱਲ ਹੀ ਇਹਦੇ ਲਈ ਪ੍ਰੈਸ ਕਾਨਫਰੰਸ ਕੀਤੀ ਹੈਗੀ ਹੈ ਜੀ ਕਿ ਵੀ ਜਿਹੜੀ ਕਿ ਰੋਲ ਬੈਕ ਪਾਲਿਸੀ ਦੇ ਉੱਤੇ ਕੋਈ ਵੀ ਕਰਨ ਦਾ ਮਤਲਬ ਨਹੀਂ ਬਣਦਾ। ਅੱਜ ਕਿਸਾਨਾਂ ਨੂੰ ਆਜ਼ਾਦੀ ਤੋਂ ਬਾਅਦ ਜਦ ਵੀ ਤੁਸੀਂ ਦੇਖੋ ਕਿ ਅਸੀਂ ਕਰਜ਼ੇ ਦੇ ਥੱਲੇ ਹੀ ਦੱਬੇ ਰਹੇ ਤੇ ਸਾਨੂੰ ਉਹ ਆਮਦਨੀਆਂ ਸਾਨੂੰ ਪ੍ਰਾਪਤ ਨਹੀਂ ਹੋਈਆਂ ਕਿ ਅਸੀਂ ਆਪਣੇ ਕਰਜ਼ੇ ਮੁਕਾ ਲਈਏ। ਤੁਹਾਨੂੰ ਪਤਾ ਹੈ ਕਿ ਆਲ ਓਵਰ ਇੰਡੀਆ ਜਿਹੜਾ ਹੈ ਉਹ ਕਿਸਾਨ ਆਤਮ ਹੱਤਿਆ ਕਰ ਰਿਹਾ। ਠੀਕ ਹੈ, ਹੁਣ ਇਹਦੇ ਵਿੱਚ ਜਿਹੜੀ ਮੱਕੀ ਦੀ ਖੇਤੀ ਹੈ, ਜਿਹੜੀ ਗੰਨੇ ਦੀ ਹੈ, ਜਿਹੜਾ ਟੋਟਾ ਹੈ, ਉਹਦੇ ਨਾਲ ਸਾਨੂੰ ਜਿਹੜੀ ਮੱਕੀ ਦੀ MSP ਬਹੁਤ ਅੱਛੀ ਮਿਲ ਰਹੀ ਹੈ, ਗੰਨੇ ਦਾ ਵੀ ਪ੍ਰਾਈਸ ਬਹੁਤ ਅੱਛਾ ਮਿਲ ਰਿਹਾ। ਇਹਦੇ 'ਚ ਕੋਈ ਦੋ ਰਾਏ ਨਹੀਂ ਕਿ ਕਿਸਾਨਾਂ ਨੂੰ ਇਹਦੇ ਨਾਲ ਫਾਇਦਾ ਹੋਇਆ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਔਰ ਕੱਲ ਅਸੀਂ ਆਪਣੀ ਪ੍ਰੈਸ ਕਾਨਫਰੰਸ ਸਾਫ਼ ਕਰਤਾ ਕਿ ਅਗਰ ਦੇਸ਼ ਨੂੰ ਫਾਇਦਾ ਹੋ ਰਿਹਾ ਹੈ ਤੇ ਕਿਸਾਨਾਂ ਨੂੰ ਵੀ ਫਾਇਦਾ ਹੋਣਾ ਚਾਹੀਦਾ ਹੈ। ਅਸੀਂ ਨਾ ਕਿ ਰॉ ਮਟੀਰੀਅਲ ਦੇਈਏ, ਸਾਨੂੰ ਐਥਨੋਲ ਪ੍ਰੋਡਕਸ਼ਨ ਦੀ ਵੀ ਸਬਸਿਡੀ ਦਿੱਤੀ ਜਾਵੇ ਤੇ ਸਾਨੂੰ ਪਰਮਿਸ਼ਨ ਦਿੱਤੀ ਜਾਵੇ। ਜਿੱਥੇ ਤੱਕ ਗੱਲ ਰਹਿ ਗਈ ਆਮ ਜਨਤਾ ਦੀ, ਉਹਦੇ ਵਿੱਚ ਵੀ ਅਸੀਂ ਕੱਲ ਆਪਣੀ ਪ੍ਰੈਸ ਕਾਨਫਰੰਸ ਵਿੱਚ ਬਿਲਕੁਲ ਕਲੀਅਰ ਕੀਤਾ ਕਿ ਇਹ ਵਰਲਡ ਵਿੱਚ ਐਥਨੋਲ ਦਾ ਯੂਸੇਜ ਸ਼ੁਰੂ ਹੋ ਚੁੱਕਿਆ। ਠੀਕ ਹੈ, ਇਹਦੇ 'ਚ ਕੋਈ ਰੋਕ ਨਹੀਂ ਸਕਦਾ। ਅਗਰ ਜਿਹੜੀ ਕਈ ਕੰਟਰੀਜ਼ ਨੇ ਜਿਹੜੀ ਕਿ ਸਾਡੀ ਇੰਡੀਆ ਤੋਂ ਜ਼ਿਆਦਾ ਕਰ ਰਹੀਆਂ ਨੇ, ਜਿਵੇਂ ਬ੍ਰਾਜ਼ੀਲ ਹੈ ਉਹ E27 ਹੈ, E100 ਤੇ ਥਾਈਲੈਂਡ ਸਾਡੇ ਤੋਂ ਜ਼ਿਆਦਾ ਕਰ ਰਿਹਾ। ਡੈਫੀਨੇਟਲੀ ਇਹਦੇ ਵਿੱਚ ਕੱਲ ਵੀ ਅਸੀਂ ਗੱਲ ਕਹੀਏ ਕਿ ਲੋਕਾਂ ਦੀ ਕੰਪਲੇਂਟਸ ਜਿਹੜੀ ਆਈਆਂ ਨੇ, ਕਿਸਾਨ ਹੋਣ ਦੇ ਨਾਤੇ ਅਸੀਂ ਇੱਕ ਆਮ ਇਨਸਾਨ ਵੀ ਆ, ਸਾਡੀ ਵੀ ਗੱਡੀਆਂ ਹੈਗੀਆਂ ਨੇ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ। ਅਗਰ ਕੋਈ ਵੀ ਜਦ ਨਈ ਚੀਜ਼ ਆਉਂਦੀ ਹੈ, ਮੈਂ ਕੱਲ ਵੀ ਇਹ ਗੱਲ ਕਹੀ, ਜਦ ATM ਮਸ਼ੀਨਸ ਆਈਆਂ, ਜਦ ਇੰਟਰਨੈਟ ਆਇਆ,